ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਅੱਜ ਅਸੀਂ ਪਹੁੰਚੇ ਹਾਂ ਬਠਿੰਡਾ ਦੇ ਚੱਕ ਫਤਿਹ ਸਿੰਘ ਵਾਲਾ, ਜਿੱਥੇ ਕਿ ਇਤਿਹਾਸਕ ਜਗ੍ਹਾ ਬੀਬੇ ਭਾਈ ਦੇਸਾ ਜੀ ਨੇ ਗੁਰੂ ਗੋਬਿੰਦ ਸਿੰਘ ਨੂੰ ਲੰਗਰ ਛਕਾਏ ਸਨ ਅਤੇ ਵਸਤਰ ਵੀ ਭੇਟ ਕੀਤੇ ਸਨ, ਅਤੇ ਗੁਰੂ ਗੋਬਿੰਦ ਸਿੰਘ ਜੀ ਨੇ ਉਹਨਾਂ ਤੋਂ ਖੁਸ਼ ਹੋ ਕੇ ਖੁਦ ਉਹਨਾਂ ਦੇ ਘਰ ਆਉਣਾ ਕੀਤਾ ਸੀ। ਇਹ ਉਹ ਪਵਿੱਤਰ ਬੁਰਜ ਹੈ ਜਿੱਥੇ ਗੁਰੂ ਗੋਬਿੰਦ ਸਿੰਘ ਨੇ ਖੁਦ ਚਰਨ ਪਾਏ ਸਨ, ਅਤੇ ਇਹ ਉਹ ਪਲੰਗ ਸਾਹਿਬ ਹੈ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਜ਼ਿਲ੍ਹਾ ਬਠਿੰਡਾ ਦਾ ਪਿੰਡ ਚੱਕ ਫਤਿਹ ਸਿੰਘ ਵਾਲਾ ਵਿਖੇ ਗੁਰਦੁਆਰਾ ਸਾਹਿਬ ਮਾਈ ਦੇਸਾ ਜੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਚਰਨ ਛੋਹ ਪ੍ਰਾਪਤ ਸਥਾਨ ਹੈ। ਮਾਈ ਦੇਸਾ ਜੀ ਗੁਰੂ ਘਰ ਨੂੰ ਪਿਆਰ ਕਰਨ ਵਾਲੀ ਸੀ। ਉਹਨਾਂ ਨੇ ਗੁਰੂ ਜੀ ਵਾਸਤੇ ਖੇਸ ਤਿਆਰ ਕੀਤਾ ਸੀ ਤਾਂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਇਸ ਪਿਆਰ ਸਦਕਾ ਇਸ ਜਗ੍ਹਾ ਤੇ ਫਤਿਹ ਸਿੰਘ, ਰਾਮ ਸਿੰਘ ਅਤੇ ਬਖਤੂ ਸਿੰਘ ਦੇ ਕਹਿਣ ਤੇ ਤਲਵੰਡੀ ਸਾਬੋ ਤੋਂ ਆਏ ਸਨ ਅਤੇ ਪਿੰਡ ਤੋਂ ਬਾਹਰ ਪਿੰਡ ਵਾਸੀਆਂ ਵੱਲੋਂ ਲੱਕੜ ਦੀ ਇੱਕ ਜਗ੍ਹਾ ਤਿਆਰ ਕੀਤੀ ਗਈ ਜਿੱਥੇ ਗੁਰੂ ਜੀ ਠਹਿਰੇ ਸਨ। ਉਹ ਸੂਬਾ ਫਤਿਹ ਸਿੰਘ ਦੇ ਸੱਦੇ ਦੇਣ ਤੇ ਉਸਦੇ ਘਰ ਵੱਲ ਘੋੜੇ ਤੇ ਜਾ ਰਹੇ ਸਨ ਤਾਂ ਮਾਈ ਦੇਸਾ ਦੇ ਘਰ ਮੋਰੇ ਗੁਰੂ ਸਾਹਿਬ ਰੁਕੇ ਤਾਂ ਮਾਈ ਦੇਸਾ ਘਰ ਦੇ ਅੰਦਰ ਗੁਰੂ ਦੇ ਦਰਸ਼ਨ ਦੇ ਲਈ ਤਖਤਿਆਂ ਤੇ ਓਲੇ ਖੜੀ ਸੀ ਤਾਂ ਗੁਰੂ ਜੀ ਉਹਨਾਂ ਦੇ ਘਰ ਜਾ ਕੇ ਮਾਈ ਦੇਸਾ ਨੂੰ ਮਿਲੇ ਤੇ ਕਿਹਾ, ਲਿਆਓ ਜੋ ਸਾਡੇ ਲਈ ਬਸਤਰ ਤਿਆਰ ਕੀਤੇ ਹਨ। ਤਾਂ ਮਾਈ ਦੇਸਾ ਨੇ ਹੱਥੀਂ ਤਿਆਰ ਕੀਤਾ ਖੇਸ ਗੁਰੂ ਜੀ ਨੂੰ ਭੇਟ ਕੀਤਾ। ਗੁਰੂ ਜੀ ਨੇ ਹਾੜ ਦਾ ਮਹੀਨਾ ਹੁੰਦੇ ਹੋਏ ਵੀ ਖੇਸ ਉੱਪਰ ਲਿਆ ਤੇ ਕਈ ਦਿਨ ਉੱਥੇ ਰਹੇ ਤੇ ਲੰਗਰ ਵੀ ਛਕਿਆ। ਹੁਣ ਅਸੀਂ ਗੱਲ ਕਰਦੇ ਹਾਂ ਬਾਬਾ ਜੀ ਨਾਲ। ਬਾਬਾ ਜੀ, ਇਹ ਨਿਸ਼ਾਨੀਆਂ ਕਿਹੜੀਆਂ-ਕਿਹੜੀਆਂ ਤੇ ਕਿਦੋਂ ਦੀਆਂ ਹੈਗੀਆਂ? ਸਾਰੀਆਂ ਸੰਗਤਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਨਿਸ਼ਾਨੀਆਂ ਜੀ ਮਾਤਾ ਦੇਸਾਂ ਦੇ ਘਰ ਜਿਹੜੀਆਂ ਸੁਸ਼ੋਭਿਤ ਹਨ, ਇਹ ਸਾਹਿਬੇ ਕਮਾਲ ਗੁਰੂ ਗੋਬਿੰਦ ਸਿੰਘ ਮਹਾਰਾਜ, ਮਾਤਾ ਸਾਹਿਬ ਕੌਰ, ਮਾਤਾ ਸੁੰਦਰ ਕੌਰ, ਉਹਨਾਂ ਨਾਲ ਸੰਬੰਧਿਤ ਇਹ ਸਾਰੀਆਂ ਨਿਸ਼ਾਨੀਆਂ ਇੱਥੇ ਹਨ। ਜਿਵੇਂ ਤੁਸੀਂ ਆ ਵੇਖ ਰਹੇ ਹੋ, ਇਹ ਕੱਚਾ ਬੁਰਜ ਹੈ ਜਿਹੜਾ ਕਿ ਗੁਰੂ ਮਹਾਰਾਜ ਦੇ ਆਉਣ ਤੋਂ ਵੀ 100 ਸਾਲ ਪਹਿਲਾਂ ਦਾ ਬਣਿਆ ਹੋਇਆ। ਜਦੋਂ ਇਹ ਨਗਰ ਬਣਿਆ ਸੀਗਾ, ਪਹਿਲਾ ਚੱਕ ਪਾਇਆ ਸੀ, ਇਹਦਾ ਨਾਂ ਭਾਈ ਕਾ ਚੱਕ ਰੱਖਿਆ, ਉਦੋਂ ਤੋਂ ਇਹ ਮਕਾਨ ਬਣਿਆ ਹੋਇਆ ਜਿਹੜਾ ਕਿ ਮਾਤਾ ਦੇਸਾਂ ਦੇ ਹਿੱਸੇ ਆਇਆ ਸੀ ਪਰਿਵਾਰਕ ਤੌਰ 'ਤੇ। ਅਤੇ ਮਾਤਾ ਦੇਸਾਂ ਨੇ ਹਰ ਵੇਲੇ ਸੇਵਾ ਸਿਮਰਨ ਕਰਦਿਆਂ ਮਹਾਰਾਜ ਨੂੰ ਉਡੀਕਿਆ ਕਿ ਪਾਤਸ਼ਾਹ ਮੇਰੇ ਨਿਮਾਣੀ ਦੇ ਘਰ ਆ ਕੇ ਚਰਨ ਪਾਓ। ਤਾਂ ਸਤਿਗੁਰੂ ਜਿਸ ਵੇਲੇ ਦਮਦਮਾ ਸਾਹਿਬ ਤਲਵੰਡੀ ਸਾਬੋ ਆਏ, ਉੱਥੋਂ ਚੱਲ ਕੇ ਫਿਰ ਮਾਤਾ ਸਾਹਿਬ ਕੌਰ, ਸੁੰਦਰ ਕੌਰ ਸਮੇਤ ਇਸ ਨਗਰ ਦੇ ਵਿੱਚ ਮਾਤਾ ਦੇਸਾਂ ਦੇ ਘਰ ਇੱਥੇ ਪਹੁੰਚੇ, ਜਿੱਥੇ ਕਿ ਮਹਾਰਾਜ ਦਿਨ ਵੇਲੇ ਸੰਗਤਾਂ ਨੂੰ ਬਾਹਰ ਜਿਹੜਾ ਨਗਰ ਵੱਲੋਂ ਇੱਕ ਕਾਠ ਦਾ ਬੰਗਲਾ ਬਣਾਇਆ ਗਿਆ ਸੀ, ਬਹੁਤ ਸੋਹਣਾ, ਜਿੱਥੇ ਸੰਗਤਾਂ ਨੂੰ ਮਿਲਦੇ, ਅੰਮ੍ਰਿਤ ਸੰਚਾਰ ਹੁੰਦਾ, ਕਥਾ ਕੀਰਤਨ ਹੁੰਦਾ, ਅਤੇ ਰਾਤ ਨੂੰ ਆ ਕੇ ਪਾਤਸ਼ਾਹ ਇਹ ਮਕਾਨ ਦੇ ਵਿੱਚ ਇੱਥੇ ਵਿਰਾਜਦੇ। ਅਤੇ ਇਹ ਉਸ ਟਾਈਮ ਦਾ ਸਾਂਭਿਆ ਹੋਇਆ ਮਕਾਨ ਹੈ ਜੋ ਕਿ ਜਿਹਨੂੰ ਬੁਰਜ ਸਾਹਿਬ ਦੇ ਨਾਮ ਨਾਲ ਜਾਣਿਆ ਜਾਂਦਾ। ਤੁਸੀਂ ਸੱਤ ਵੀ ਦੇਖ ਰਹੇ ਹੋ, ਕੱਚੀਆਂ ਕੰਧਾਂ ਦੇਖ ਰਹੇ ਹੋ। ਇਹ ਪਲੰਗ ਸਾਹਿਬ ਗੁਰੂ ਸਾਹਿਬ ਦਾ ਦੇਖ ਰਹੇ ਹੋ, ਜਿੱਥੇ ਮਹਾਰਾਜ ਜਾ ਕੇ ਬਿਰਾਜੇ, ਇੱਥੇ ਪ੍ਰਸ਼ਾਦਾ ਛਕਿਆ। ਅਤੇ ਗੁਰੂ ਸਾਹਿਬ ਜਾਣ ਵੇਲੇ ਜਿਹੜੀਆਂ ਆਪਣੀਆਂ ਨਿਸ਼ਾਨੀਆਂ ਦੇ ਕੇ ਗਏ, ਉਹਨਾਂ ਦੇ ਵਿੱਚ ਦਸਤਾਰ ਆ ਪਾਤਸ਼ਾਹ ਦੀ ਮੇਨ। ਮਾਤਾ ਸਾਹਿਬ ਕੌਰ ਨੇ ਆਪਣਾ ਜੁੱਤਾ ਨਿਸ਼ਾਨੀ ਵਜੋਂ ਦਿੱਤਾ, ਮਾਤਾ ਸੁੰਦਰ ਕੌਰ ਨੇ ਖੜਾਵਾਂ ਆਪਣੀਆਂ ਮਾਤਾ ਜੀ ਨੂੰ ਦੇ ਕੇ ਗਏ। ਉਹ ਸਾਰੀਆਂ ਨਿਸ਼ਾਨੀਆਂ, ਜਿਵੇਂ ਤਵੀ ਤੱਕ ਵੀ ਮਾਤਾ ਨੇ ਦੁਬਾਰਾ ਨਹੀਂ ਵਰਤੀ ਕਿ ਇਹਦੇ 'ਤੇ ਮਾਤਾ ਸਾਹਿਬ ਕੌਰ, ਸੁੰਦਰ ਕੌਰ ਦੇ ਹੱਥ ਲੱਗੇ ਹੋਏ ਨੇ, ਰਲ ਕੇ ਉਹਨਾਂ ਨੇ ਪ੍ਰਸ਼ਾਦੇ ਤਿਆਰ ਕੀਤੇ ਨੇ ਗੁਰੂ ਸਾਹਿਬ ਵਾਸਤੇ। ਉਹ ਪਿਆਰ ਨਾਲ ਨਿਸ਼ਾਨੀਆਂ ਸਾਰੀਆਂ ਸਾਂਭ ਕੇ ਰੱਖੀਆਂ। ਅੱਗੋਂ ਮਾਤਾ ਜੀ ਦੀ ਪੀੜ੍ਹੀ ਦਰ ਪੀੜ੍ਹੀ ਜਾਣੀ ਪਰਿਵਾਰ ਅੰਸ-ਵੰਸ ਨੇ ਸਾਂਭਿਆ। ਹੁਣ ਦਾਸ ਜਸਵੀਰ ਸਿੰਘ ਮਾਤਾ ਦੇਸਾਂ ਦੀ 10ਵੀਂ ਪੀੜ੍ਹੀ 'ਚੋਂ ਆ, ਬਚਪਨ ਤੋਂ ਲੈ ਕੇ ਤੇ ਸੇਵਾ ਸੰਭਾਲ ਕਰ ਰਹੇ ਆ। ਅਤੇ ਜੋ ਵੀ ਇੱਥੇ ਸੇਵਾਵਾਂ ਹੋ ਰਹੀਆਂ, ਜਿਵੇਂ ਦਰਬਾਰ ਸਾਹਿਬ ਬਣ ਰਿਹਾ ਜਾਂ ਹੋਰ ਸੰਗਤ ਆ ਰਹੀਆਂ, ਉਹਨਾਂ ਦੀ ਸਹੂਲਤ ਵਾਸਤੇ ਆਪਾਂ ਕਾਫੀ ਇੱਥੇ ਬਣਾਉਣਾ ਚਾਹੁੰਦੇ ਹਾਂ ਕਿ ਲੰਗਰ ਸਾਹਿਬ ਵੀ ਬਣੇ, ਇਮਾਰਤ ਵੀ ਕੋਈ ਐਸੀ ਬਣੇ ਨਾਲ ਸਰਾਂ ਕੇ ਜਿੱਥੇ ਆ ਕੇ ਸੰਗਤਾਂ ਠਹਿਰ ਸਕਣ। ਤੋਂ ਸੰਗਤਾਂ ਦੇ ਚਰਨਾਂ 'ਚ ਬੇਨਤੀ ਹੈ ਕਿ ਦਸਾਂ ਨੌਹਾਂ ਦੀ ਕਿਰਤ ਕਮਾਈ 'ਚੋਂ ਆਪਣੇ ਹੱਥੀਂ ਆ ਕੇ ਇੱਥੇ ਜ਼ਰੂਰ ਸੇਵਾ ਕਰਾਓ, ਤਾਂ ਕਿ ਇਹ ਜੋ ਨਿਸ਼ਾਨੀਆਂ ਆਪਾਂ ਸਾਂਭ ਕੇ ਰੱਖੀਆਂ ਦਸਵੇਂ ਪਾਤਸ਼ਾਹ ਦੀਆਂ ਆਉਣ ਵਾਲੀਆਂ ਨਸਲਾਂ ਵਾਸਤੇ ਸਾਂਭ ਕੇ ਰੱਖੀਏ, ਪੀੜ੍ਹੀਆਂ ਵਾਸਤੇ, ਉਹ ਵੀ ਆ ਕੇ ਦਰਸ਼ਨ ਦਿਦਾਰੇ ਕਰ ਸਕਣ, ਤਾਂ ਕਿ ਇੱਥੇ ਵੀ ਸਾਰੀਆਂ ਉਹ ਸਹੂਲਤਾਂ ਆਪਾਂ ਸੰਗਤ ਨੂੰ ਦੇ ਸਕੀਏ। ਜੋ ਸੰਗਤ ਦੇਸ਼ ਵਿਦੇਸ਼ ਤੋਂ ਚੱਲ ਕੇ ਆਉਂਦੀ ਵੀ ਹੈ ਸੰਗਤ, ਤਾਂ ਇੱਥੇ ਰਹਿਣ ਦਾ ਕੋਈ ਨਾ ਇੰਤਜ਼ਾਮ ਹੋਣ ਕਰਕੇ ਨਿਰਾਸ਼ਾ ਹੁੰਦੀ ਹੈ ਉਹਨਾਂ ਨੂੰ ਕਿ ਕੋਈ ਸਰਾਂ ਵਗੈਰਾ ਬਣੀ ਹੋਣੀ ਚਾਹੀਦੀ ਹੈ। ਅਤੇ ਦਮਦਮਾ ਸਾਹਿਬ ਆਉਣ ਵਾਲੀਆਂ ਸੰਗਤਾਂ ਦੇ ਚਰਨਾਂ 'ਚ ਬੇਨਤੀ ਹੈ ਕਿ ਉੱਥੋਂ 25 ਕਿਲੋਮੀਟਰ 'ਤੇ ਨੇੜੇ ਭੁੱਚੋ ਮੰਡੀ ਦੇ ਪਿੰਡ ਪੈਂਦਾ ਚੱਕ ਫਤਿਹ ਸਿੰਘ ਵਾਲਾ, ਉੱਥੋਂ ਵੀ ਸੰਗਤਾਂ ਜ਼ਰੂਰ ਇੱਥੇ ਪਹੁੰਚਣ। ਡੇਰਾ ਰੂਮੀ ਵਾਲਾ ਤੋਂ 6-7 ਕਿਲੋਮੀਟਰ 'ਤੇ ਨਗਰ ਪੈਂਦਾ ਚੱਕ ਫਤਿਹ ਸਿੰਘ ਵਾਲਾ, ਇੱਥੇ ਆ ਕੇ ਸੰਗਤਾਂ ਦਰਸ਼ਨ ਦਿਦਾਰੇ ਕਰ ਸਕਦੀਆਂ ਇਸ ਬੁਰਜ ਸਾਹਿਬ ਦੇ, ਗੁਰੂ ਦੀਆਂ ਨਿਸ਼ਾਨੀਆਂ ਦੇ, ਅਤੇ ਆਪਦੇ ਹੱਥੀਂ ਸੇਵਾ ਕਰਕੇ ਆਪਣਾ ਜਨਮ ਸਫਲਾ ਕਰ ਸਕਦੀਆਂ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਹ ਜਿਹੜੇ ਤੁਸੀਂ ਦਰਸ਼ਨ ਕਰ ਰਹੇ ਹੋ ਇਹ ਹੱਥ ਲਿਖਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਹੈ, ਜੋ ਕਿ ਚੱਕ ਫਤਿਹ ਸਿੰਘ ਵਾਲਾ ਵਿਖੇ ਮਾਤਾ ਦੇਸਾ ਦੇ ਬੁਰਜ ਵਿਖੇ ਸੁਸ਼ੋਭਿਤ ਹੈ। ਆਪਾਂ ਗੱਲ ਕਰਦੇ ਹਾਂ ਬਾਬਾ ਜੀ ਨਾਲ। ਬਾਬਾ ਜੀ ਇਹਦੇ 'ਚ ਕੀ ਕੀ ਖਾਸੀਅਤ ਹੈਗੇ ਮਤਲਬ ਕਿ ਕੀ ਇਸ ਤਰ੍ਹਾਂ ਜੀ ਇਹ ਜੋ ਸਰੂਪ ਦੇ ਆਪਾਂ ਦਰਸ਼ਨ ਕਰ ਰਹੇ ਹਾਂ, ਇਹ ਸਰੂਪ ਦੇ ਅੱਗੇ ਆਪਾਂ ਦੇਖਿਆ ਕਿ ਲਿਖਿਆ ਹੋਇਆ 1790 ਵਰਖੇ ਮਾਹੋਂ ਕੱਤਕ, ਇਹ ਜੋ ਗ੍ਰੰਥ ਲਿਖਿਆ ਸੰਪੂਰਨ ਹੋਇਆ। ਇਹ ਡੇਟਾਂ ਉਹ ਬਣਦੀਆਂ ਨੇ ਜਦੋਂ ਬਾਬਾ ਸੰਗੂ ਸਿੰਘ ਜੀ ਜੋ ਮਾਤਾ ਜੀ ਦੇ ਧਰਮ ਸੁਪੁੱਤਰ ਸੀਗੇ, ਜਿਨ੍ਹਾਂ ਨੂੰ 10ਵੇਂ ਪਾਤਸ਼ਾਹ ਨੇ ਆਪਣੇ ਹੱਥੀਂ ਇਹਨਾਂ ਦੀ ਝੋਲੀ ਪਾਇਆ ਸੀ ਤੇ ਬ੍ਰਹਮ ਗਿਆਨੀ ਹੋਣ ਦਾ ਵਰ ਦਿੱਤਾ ਸੀ, ਉਹਨਾਂ ਦੀ 20-22 ਸਾਲ ਦੀ ਏਜ ਦੇ ਵਿੱਚ ਉਹਨਾਂ ਨੇ ਇਹ ਗ੍ਰੰਥ ਜਿੱਥੋਂ ਕਿਤੋਂ ਵੀ ਪੋਥੀਆਂ ਮਿਲੀਆਂ, ਜਿਵੇਂ ਅੱਗੇ ਸੀਗਾ ਉਸ ਟਾਈਮ ਦਾ ਹਾਲਾਤ, ਇਹ ਗ੍ਰੰਥ ਲਿਖਿਆ। ਇਹ ਗ੍ਰੰਥ ਦੇ ਵਿੱਚ ਇਹ ਆ ਕਿ ਕੁਝ ਬਾਣੀਆਂ ਵੱਧ ਵੀ ਨੇ, ਜਿਵੇਂ ਰਤਨਮਾਲਾ ਹੈ ਗੁਰੂ ਨਾਨਕ ਸਾਹਿਬ ਦੀ ਬਾਣੀ, ਇੱਕ ਮੁਹੰਮਦੇ ਕੀ ਬਾਰ ਹੈ, ਇੱਕ ਦੋ ਸ਼ਬਦ ਹੋਰ ਨੇ ਜਿਹੜੇ ਇਸ ਤਰ੍ਹਾਂ ਜਿਹੜੇ ਵਿਦਵਾਨ ਆਉਂਦੇ ਨੇ ਪੜ੍ਹਦੇ ਨੇ ਉਹਨਾਂ ਨੂੰ ਜ਼ਿਆਦਾ ਜਾਣਕਾਰੀ ਹੁੰਦੀ ਹੈ ਕਿ ਕਿਹੜੇ ਕਿਹੜੇ ਸ਼ਬਦ ਵੱਧ ਨੇ। ਅਖੀਰ 'ਤੇ ਜਾ ਕੇ ਰਾਗਮਾਲਾ ਹੈ। ਰਾਗਮਾਲਾ ਤੋਂ ਬਾਅਦ ਸਿਆਹੀ ਦੀ ਵਿਧੀ ਆ, ਕਿਵੇਂ ਇਹ ਸਿਆਹੀ ਨਾਲ ਤਿਆਰ ਕੀਤਾ। ਬਿਲਕੁਲ ਅਖੀਰ 'ਤੇ ਜਾ ਕੇ 10 ਗੁਰੂਆਂ ਦਾ ਜੋਤੀ ਜੋਤ ਸਮਾਉਣ ਦਾ ਦਿਨ ਪਹਿਰ ਘੜੀਆਂ ਸਾਰਾ ਉਸ ਹਿਸਾਬ ਨਾਲ ਲਿਖਿਆ ਹੋਇਆ ਹੈ। ਇਹ ਸਾਰਾ ਸੰਪੂਰਨ ਗ੍ਰੰਥ ਇੱਥੇ ਉਦੋਂ ਤੋਂ ਲੈ ਕੇ ਬਾਬਾ ਸੰਗੂ ਸਿੰਘ ਵੇਲੇ ਤੋਂ 10ਵੇਂ ਪਾਤਸ਼ਾਹ ਦੇ ਆਉਣ ਤੋਂ ਥੋੜ੍ਹੇ ਸਮੇਂ ਬਾਅਦ ਸੁਸ਼ੋਭਿਤ ਕੀਤਾ ਗਿਆ ਸੀ। ਉਦੋਂ ਤੋਂ ਇਹ ਪੀੜ੍ਹੀ ਦਰ ਪੀੜ੍ਹੀ ਇੱਥੇ ਸਾਂਭ ਸੰਭਾਲ ਇਹਦੀ ਅਸੀਂ ਕਰ ਰਹੇ ਹਾਂ। ਸਤਿਗੁਰੂ ਮਿਹਰ ਕਰਨ, ਸਿਰ 'ਤੇ ਹੱਥ ਰੱਖ ਕੇ ਸੇਵਾ ਲੈਂਦੇ ਰਹੇ। ਇਸ ਗੁਰੂ ਗ੍ਰੰਥ ਸਾਹਿਬ ਦੇ ਤੁਸੀਂ ਪ੍ਰਕਾਸ਼ ਵੀ ਕਰਦੇ ਹੋ ਜਾਂ ਦਰਸ਼ਨ ਵੀ ਕਰਾਉਣੇ, ਕਦੋਂ ਕਰਾਉਣੇ ਆ ਜੀ? ਹਾਂਜੀ, ਦਰਸ਼ਨ ਜਦੋਂ ਕੋਈ ਸੰਗਤ ਆਉਂਦੀ ਹੈ ਦਰਸ਼ਨ ਕਰਨ ਤਾਂ ਉਦੋਂ ਦਰਸ਼ਨ ਕਰਵਾਏ ਜਾਂਦੇ ਆ। ਇੱਕ ਦੋ ਵਾਰ ਇਹਦੇ 'ਤੇ ਅਖੰਡ ਪਾਠ ਸਾਹਿਬ ਹੋਇਆ, ਜੋ ਵੀ ਕਿ ਗੁਰਮੁਖ ਪਿਆਰਿਆਂ ਨੇ ਸਾਧੂਆਂ ਨੇ ਆ ਕੇ ਆਪਣੇ ਤੌਰ 'ਤੇ ਕਿ ਅਸੀਂ ਦੇਖਣਾ ਚਾਹੁੰਦੇ ਹਾਂ ਸਾਰਾ ਲੜੀਵਾਰ ਸਰੂਪ ਹੋਣ ਕਰਕੇ, ਅਤੇ ਲੜੀਵਾਰ ਸਰੂਪਾਂ 'ਤੇ ਅਖੰਡ ਪਾਠ ਸਾਹਿਬ ਕੀਤੇ ਸੀ। ਉਦੋਂ ਇਹਦੇ 'ਤੇ ਅਖੰਡ ਪਾਠ ਸਾਹਿਬ ਹੋਇਆ। ਅਤੇ ਵੈਸੇ ਜ਼ਿਆਦਾਤਰ ਨਹੀਂ ਇਹਨੂੰ ਪ੍ਰਕਾਸ਼ ਕੀਤਾ ਜਾਂਦਾ, ਕਿਉਂਕਿ ਦੂਜਾ ਬਹੁਤ ਪੁਰਾਤਨ ਹੋ ਚੁੱਕਿਆ ਅਤੇ ਰੋਜ਼ਾਨਾ ਨਾ ਹੱਥ ਲਾਉਣ ਨਾਲ ਜਾਂ ਹੋਰ ਵੀ ਖਰਾਬ ਹੋਣ ਦਾ ਵੀ ਡਰ ਰਹਿੰਦਾ, ਅਤੇ ਇਸ ਕਰਕੇ ਅਸੀਂ ਬਸ ਜਦੋਂ ਕੋਈ ਸੰਗਤ 'ਚ ਆਉਂਦੀ ਆ ਕੇ ਦਰਸ਼ਨ ਕਰਨਾ ਉਦੋਂ ਦਰਸ਼ਨ ਕਰਵਾ ਦਿੰਦੇ ਹਾਂ। ਵਾਹਿਗੁਰੂ। ਉਹਨਾਂ ਨੇ ਮਾਈ ਦੇਸਾ ਨੂੰ ਕਈ ਨਿਸ਼ਾਨੀਆਂ ਭੇਂਟ ਕੀਤੀਆਂ ਜੋ ਹੁਣ ਵੀ ਗੁਰਦੁਆਰਾ ਸਾਹਿਬ ਵਿਖੇ ਸੁਸ਼ੋਭਿਤ ਹਨ। ਗੁਰੂ ਜੀ ਦੇ ਮਹਿਲ ਮਾਤਾ ਜੀਤੋ ਕੌਰ ਅਤੇ ਮਾਤਾ ਸਾਹਿਬ ਕੌਰ ਵੀ ਉਹਨਾਂ ਦੇ ਨਾਲ ਸਨ। ਉਹਨਾਂ ਦੀਆਂ ਨਿਸ਼ਾਨੀਆਂ ਵੀ ਉੱਥੇ ਸੁਸ਼ੋਭਿਤ ਹਨ। ਇਹ ਪਿੰਡ ਬਠਿੰਡਾ ਤੋਂ ਤਕਰੀਬਨ 20 ਕਿਲੋਮੀਟਰ ਅਤੇ ਪੁੱਚੋ ਮੰਡੀ ਤੋਂ 5 ਕਿਲੋਮੀਟਰ ਦੀ ਦੂਰੀ ਤੇ ਸਥਿਤ ਹੈ। ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਸੁਪਤਨੀ ਸੁਰਿੰਦਰ ਕੌਰ ਬਾਦਲ ਵੀ ਇਸ ਪਿੰਡ ਦੀ ਜੰਮਪਲ ਸੀ। ਉਹਨਾਂ ਨੇ ਵੀ ਇਸ ਗੁਰਦੁਆਰਾ ਸਾਹਿਬ ਦੀ ਸੇਵਾ ਕਰਵਾਈ ਸੀ। ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ। ਹੁਣ ਤੁਹਾਨੂੰ ਦਿਖਾ ਰਹੇ ਹਾਂ ਗੁਰੂ ਗੋਬਿੰਦ ਸਿੰਘ ਅਤੇ ਮਾਤਾ ਸਾਹਿਬ ਕੌਰ ਦੀਆਂ ਨਿਸ਼ਾਨੀਆਂ। ਬਾਬਾ ਜੀ ਕੀ ਕੀ ਨਿਸ਼ਾਨੀਆਂ ਤੁਹਾਡੇ ਕੋਲ? ਹਾਂਜੀ, ਇਹ ਜਿਹਦੇ ਆਪਾਂ ਹੁਣ ਦਰਸ਼ਨ ਕਰ ਰਹੇ ਹਾਂ ਇਹ ਉਹ ਤਵੀ ਆ ਲੋਹ, ਜਿਹਦੇ 'ਤੇ ਮਾਤਾ ਸਾਹਿਬ ਕੌਰ, ਸੁੰਦਰ ਕੌਰ, ਮਾਈ ਦੇਸਾਂ, ਬੀਬੀ ਤੀਸੋ ਨੇ ਪ੍ਰਸ਼ਾਦੇ ਤਿਆਰ ਕੀਤੇ ਸੰਗਤਾਂ ਵਾਸਤੇ, ਪਾਤਸ਼ਾਹ ਵਾਸਤੇ। ਅਤੇ ਜਦੋਂ ਜਿੰਨੇ ਦਿਨ ਮਹਾਰਾਜ ਰਹੇ ਉਨੇ ਦਿਨ 'ਤੇ ਪ੍ਰਸ਼ਾਦਾ ਤਿਆਰ ਹੁੰਦਾ ਰਿਹਾ ਅਤੇ ਬਾਅਦ 'ਚ ਵਰਤਿਆ ਨਹੀਂ ਗਿਆ ਇਹਨੂੰ, ਅਤੇ ਇਹਨੂੰ ਇਸੇ ਤਰ੍ਹਾਂ ਨਿਸ਼ਾਨੀ ਤੌਰ 'ਤੇ ਸੰਭਾਲਿਆ ਗਿਆ। ਅਤੇ ਇਹ ਕੀ ਇਹ ਜਾਏਗੀ? ਕਸਹਿਰਾ ਜੀ ਪਾਤਸ਼ਾਹ ਦਾ, 10ਵੇਂ ਪਾਤਸ਼ਾਹ ਦਾ ਨਿਸ਼ਾਨੀ ਵਜੋਂ ਇੱਥੇ ਦਿੱਤਾ ਹੋਇਆ, ਜਿਹੜਾ ਕਿ ਦੂਰਾ ਕਰਕੇ ਰੱਖਿਆ ਹੋਇਆ। ਅੱਗੇ ਉਹ ਜੋੜੀ ਆ ਸਾਹਮਣੇ, ਜਿਹੜੀ ਕਿ ਉਸ ਟਾਈਮ ਬੁਰਜ ਸਾਹਿਬ ਨੂੰ ਲੱਗੀ ਹੋਈ ਸੀ ਮਾਈ ਦੇਸਾਂ ਦੇ ਨੂੰ, ਜਦੋਂ ਪਾਤਸ਼ਾਹ ਆਏ ਸੀਗੇ। ਇਹ ਉਦੋਂ ਦੀ ਇਸੇ ਤਰ੍ਹਾਂ ਸੰਭਾਲੀ ਹੋਈ ਆ। ਇਹ ਕੀ ਚੀਜ਼ ਹੈਗੀ ਜੀ? ਇਹ ਪੀੜਾ ਜੀ, ਜਿਹਨੂੰ ਮਾਤਾ ਸਾਹਿਬ ਕੌਰ, ਸੁੰਦਰ ਕੌਰ ਦੀ ਚਰਨ ਸੋ ਪ੍ਰਾਪਤ ਆ, ਕੁਰਸੀ ਨੂਮਾ ਪੀੜਾ, ਜਿਹੜਾ ਕਿ ਉਸੇ ਤਰ੍ਹਾਂ ਹੀ ਸੰਭਾਲਿਆ ਹੋਇਆ। ਇਹ ਕਿੰਨੇ ਕੁ ਟਾਈਮ ਦਾ ਹੈਗਾ ਜੀ? ਇਹ ਜੀ 350 ਸਾਲ ਤੋਂ ਪਹਿਲਾਂ ਦਾ ਇਸ ਘਰ ਦੇ ਵਿੱਚ, ਜਦੋਂ ਤੋਂ ਇਹ ਬੁਰਜ ਸਾਹਿਬ ਬਣਿਆ। ਇਹ ਮਾਈ ਵੀਰੋ ਦੇ ਹੱਥਾਂ ਦਾ ਬਣਾਇਆ ਜਿਹੜਾ ਹੋਇਆ। ਬੁਣਿਆ ਹੈਗਾ ਇਹ ਬੁਣਿਆ ਵੀ ਉਸੇ ਟਾਈਮ ਦਾ? ਬੁਣਿਆ ਵੀ ਉਸੇ ਟਾਈਮ ਦਾ ਜੀ। ਹਾਂਜੀ ਹਾਂਜੀ। ਇਹ ਹਾਂਜੀ, ਇਹ ਦਸਤਾਰ ਹੈ ਜਿਹੜੀ ਪਾਤਸ਼ਾਹ ਨੇ ਮਾਤਾ ਦੇਸਾਂ ਨੂੰ ਜਾਣ ਵੇਲੇ ਦਿੱਤੀ ਸੀ। ਮਾਤਾ ਨੇ ਬੇਨਤੀ ਕੀਤੀ ਸੀ ਕਿ ਪਾਤਸ਼ਾਹ ਹੁਣ ਤੁਹਾਡੇ ਦਰਸ਼ਨ ਦਿਦਾਰੇ ਕਦੋਂ ਹੋਣਗੇ? ਤਾਂ ਮਹਾਰਾਜ ਨੇ ਕਿਹਾ ਸੀ ਆਹ ਲਓ ਤਾਂ ਸਾਡੀ ਦਸਤਾਰ, ਨਿਤਨੇਮ ਕਰਕੇ ਜਦੋਂ ਵੀ ਦਿਦਾਰੇ ਕਰੋਗੇ ਸਾਡਾ ਦਿਦਾਰ ਹੀ ਹੋਇਆ ਕਰੇਗਾ। ਇਹ ਫਿਰ ਮਾਤਾ ਦੇਸਾਂ ਨੇ ਸੰਭਾਲ ਕੇ ਰੱਖਿਆ ਸਾਰਾ। ਉਸ ਤੋਂ ਬਾਅਦ ਪੀੜ੍ਹੀ ਦਰ ਪੀੜ੍ਹੀ ਸਾਂਭਿਆ ਹੋਇਆ। ਤੇ ਇਹ ਕੀ ਵਸਤਰ ਹੈਗੇ? ਇਹ ਇੱਕ ਘੱਗਰਾ ਜੀ ਮਾਈ ਦੇਸਾਂ ਦਾ, ਜਿਹੜਾ ਕਿ ਐਂਟਿਕ ਲੈਬ ਤੋਂ ਠੀਕ ਹੋਇਆ ਸਾਰਾ। ਇਹ ਪਜਾਮੀ ਆ ਮਾਤਾ ਦੇਸਾਂ ਦੀ,
ਤੇ ਇਹ ਵਸਤਰ ਜੀ ਇਹ ਦੋ ਚਾਦਰਾਂ ਪਲੰਘ ਦੀਆਂ ਜਿਨ੍ਹਾਂ ਨੂੰ ਮਾਤਾ ਦੇ ਘਰ ਜੋ ਵਸਾਈਆਂ ਜਾਂਦੀਆਂ ਸੀ ਪਾਤਸ਼ਾਹ ਵਾਸਤੇ, ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਚਰਨ ਛੋਹ ਪ੍ਰਾਪਤ ਦੋਨੋਂ ਚਾਦਰਾਂ। ਤੇ ਜਿਹੜੇ ਇਹ ਜੁੱਤੀਆਂ ਹੈਗੀਆਂ ਇਹ ਕਿਹਨਾਂ ਦੀਆਂ ਜੀ? ਇਹ ਮਾਤਾ ਸਾਹਿਬ ਕੌਰ ਦਾ ਜੁੱਤਾ ਜੀ, ਜਿਹੜਾ ਕਿ ਬਿਲਕੁਲ ਟੁੱਟ ਗਿਆ ਸੀਗਾ। ਇਹ ਲੈਬ ਨੇ ਜਿੰਨੀ ਕੁ ਜਰੀ ਬਚੀ ਸੀਗੀ ਉਹ ਜਰੀ ਤੇ ਤਲਾਓ ਰੱਖਿਆ ਹੋਇਆ ਪਲੇਟ ਦੇ ਵਿੱਚ, ਜਰੀ ਮਾਡਲ ਤਿਆਰ ਕਰਕੇ ਉਹਦੇ ਉੱਪਰ ਲਾਈ ਹੋਈ ਆ। ਇਹ ਖੜਾਵਾਂ ਮਾਤਾ ਸੁੰਦਰ ਕੌਰ ਜੀ ਦੀਆਂ, ਜੋ ਜਾਣ ਵੇਲੇ ਨਿਸ਼ਾਨੀ ਵਜੋਂ ਮਾਤਾ ਦੇਸਾਂ ਨੂੰ ਦਿੱਤੀਆਂ ਸੀਗੀਆਂ। ਤੇ ਇਹ ਸ਼ਸਤਰ ਕਿਹੜੇ? ਹਾਂਜੀ, ਇਹ ਜਿਹੜੇ ਸ੍ਰੀ ਸਾਹਿਬ ਨੇ ਇਹ ਬਾਬਾ ਸੰਗੂ ਸਿੰਘ ਮਾਤਾ ਜੀ ਦਾ ਧਰਮ ਸਪੁੱਤਰ, ਜਿਹੜਾ ਫਤਿਹ ਸਿੰਘ ਦਾ ਪੁੱਤਰ ਸੀ, ਉਹਨਾਂ ਦੇ ਨੇ। ਉਹ ਚਾਦਰ ਵੀ ਉਹਨਾਂ ਦੀ ਆ, ਬਰਾਗਣ ਵੀ ਉਹਨਾਂ ਦੀ ਆ। ਇਹ ਜਿਹੜਾ ਬਾਣ ਆ ਉਹ ਉਸ ਪਲੰਘ ਦਾ ਬਾਣ ਆ ਜਿਹੜੇ ਪਾਤਸ਼ਾਹ ਬੈਠੇ ਸੀ, ਜਿਹੜੇ ਪਲੰਘ ਤੇ ਆਪਾਂ ਦਰਸ਼ਨ ਕਰਕੇ ਆਏ ਆ। ਇਹ ਸ੍ਰੀ ਸਾਹਿਬ ਨੇ ਦੋ। ਇੱਕ ਸ੍ਰੀ ਸਾਹਿਬ ਉਹ ਆ ਜਿਹਦੇ ਨਾਲ ਬਾਬਾ ਫਤਿਹ ਸਿੰਘ ਨੇ ਵਜੀਦ ਖਾਨ ਦਾ ਸਿਰ ਕੱਟਿਆ ਸੀ, ਸਰਹੰਦ ਫਤਿਹ ਕੀਤੀ ਸੀ। ਇਹ ਬਾਬਾ ਫਤਿਹ ਸਿੰਘ ਦਾ ਸ੍ਰੀ ਸਾਹਿਬ ਹੈ। ਇਹ ਹਨ ਪੁਰਾਤਨ ਸਮੇਂ ਦੀਆਂ ਗੁਰੂ ਸਾਹਿਬ ਅਤੇ ਮਾਤਾ ਦੀਆਂ ਨਿਸ਼ਾਨੀਆਂ। ਇਹਦਾ ਇਤਿਹਾਸ ਇਸ ਤਰ੍ਹਾਂ ਕਿ ਇਸ ਜਗ੍ਹਾ ਤੇ ਰਹਿਣ ਵਾਲੇ ਮਾਤਾ ਦੇਸਾਂ ਜੀ ਭਾਈ ਭਗਤੂ ਦੀ ਅੰਸ਼ ਦੇ ਵਿੱਚੋਂ ਸੇਵਾ ਸੰਭਾਲ ਕਰਦੇ, ਜੋ ਕਿ ਹਰ ਵੇਲੇ ਇਹੀ ਭਜਨ ਸਿਮਰਨ ਕਰਦੇ ਸੀਗੇ ਕਿ ਪਾਤਸ਼ਾਹ ਮੈਨੂੰ ਨਿਮਾਣੀ ਨੂੰ ਮਾਣ ਬਖਸ਼ੋ, ਮੇਰੇ ਘਰ ਆ ਕੇ ਮੈਨੂੰ ਦਰਸ਼ਨ ਦਿਦਾਰੇ ਦਿਓ। ਇਹੀ ਭਗਤੀ ਕਰਦਿਆਂ ਉਹਨਾਂ ਨੇ ਇੱਕ ਅੱਕਾਂ ਦੀਆਂ ਕੁਕੜੀਆਂ ਦਾ ਕੱਤ ਕੇ ਖੇਸ ਤਿਆਰ ਕੀਤਾ ਬੀਬੀ ਅਤੀਸੋ ਦੀ ਸਹਾਇਤਾ ਨਾਲ ਕਿ ਮੈਂ ਪਾਤਸ਼ਾਹ ਨੂੰ ਆਇਆਂ ਨੂੰ ਇਹ ਭੇਟਾ ਕਰੂੰਗੀ। ਉਹ ਖੇਸ ਤਿਆਰ ਹੋਣ ਤੇ ਫਿਰ ਰੋਜ਼ਾਨਾ ਅਰਦਾਸ ਬੇਨਤੀ ਕਰਦੇ ਰਹੇ। ਜਿਸ ਵੇਲੇ ਪਾਤਸ਼ਾਹ ਦਮਦਮਾ ਸਾਹਿਬ ਆ ਕੇ ਰੁਕੇ, ਦਮਦਮਾ ਸਾਹਿਬ ਤਲਵੰਡੀ ਸਾਬੋ, ਇੱਥੋਂ ਸੰਗਤਾਂ ਦਰਸ਼ਨ ਕਰਨ ਗਈਆਂ, ਭਾਈ ਰਾਮ ਸਿੰਘ, ਭਾਈ ਫਤਿਹ ਸਿੰਘ ਹੋਰੀ, ਤਾਂ ਪਾਤਸ਼ਾਹ ਨੇ ਰਾਮ ਸਿੰਘ ਨੂੰ ਕਿਹਾ, ਰਾਮ ਸਿਆਂ ਚੱਲ ਕੇ ਤਿਆਰੀਆਂ ਕਰ, ਤੇਰੇ ਨਗਰ ਅਸੀਂ ਆਵਾਂਗੇ, ਸਾਨੂੰ ਕੋਈ ਰੂਹ ਯਾਦ ਕਰਦੀ ਹੈ। ਤਾਂ ਰਾਮ ਸਿੰਘ ਨੇ ਕਿਹਾ, ਪਾਤਸ਼ਾਹ ਧੰਨ ਭਾਗ ਸਾਡੇ, ਦੁਨੀਆ ਤਾਂ ਤਰਸਦੀ ਹੈ ਤੁਹਾਡੇ ਦਰਸ਼ਨਾਂ ਨੂੰ, ਤੁਸੀਂ ਆਪ ਦੀ ਆਪ ਸਾਨੂੰ ਕਹਿ ਰਹੇ ਹੋ। ਤੇ ਮਹਾਰਾਜ ਨੇ ਖੁਸ਼ੀ ਨਾਲ ਕਿਹਾ ਕਿ ਅਸੀਂ ਭਾਈ ਭਗਤੂ ਦੇ ਪਰਿਵਾਰ 'ਚ ਮਿਲਣ ਆਉਣਾ ਚਾਹੁੰਦੇ ਹਾਂ। ਤਾਂ ਫਿਰ ਆ ਕੇ ਰਾਮ ਸਿੰਘ ਹੋਰਾਂ ਨੇ ਨਗਰ ਦੇ ਬਾਹਰ ਇੱਕ ਕਾਠ ਦਾ ਬੰਗਲਾ ਤਿਆਰ ਕੀਤਾ, ਜਿੱਥੇ ਬਹੁਤ ਸੋਹਣਾ ਮਾਹੌਲ ਸੀ। 8-10 ਪਿੱਪਲ ਬੋਹੜ ਹੁਣ ਤੱਕ ਵੀ ਸੀਗੇ। ਉਹ ਉੱਥੇ ਤਿਆਰੀ ਕਰਕੇ ਸੰਗਤਾਂ ਦੇ ਬੈਠਣ ਦੀ, ਰਹਿਣ ਦੀ ਪਾਤਸ਼ਾਹ ਦੇ, ਤੇ ਸੁਨੇਹਾ ਭੇਜਿਆ ਕਿ ਪਾਤਸ਼ਾਹ ਸਾਡੇ ਵੱਲੋਂ ਤਿਆਰੀ ਹੈ। ਤਾਂ ਪਾਤਸ਼ਾਹ ਨੇ ਇੱਥੇ 1763 ਬਿਕਰਮੀ ਦੇ ਵਿੱਚ ਇਸ ਨਗਰ ਦੇ ਵਿੱਚ ਆਉਣਾ ਕੀਤਾ। ਤਾਂ ਦੂਸਰੇ ਪਾਸੇ ਮਾਈ ਦੇਸਾਂ ਤੇ ਬੀਬੀ ਅਤੀਸੋ ਜੋ ਸੋਚ ਰਹੀਆਂ ਸੀ ਕਿ ਪਾਤਸ਼ਾਹ ਆਪਾਂ ਰੋਜ਼ ਅਰਦਾਸ ਕਰਦੇ ਹਾਂ, ਆਪਣਾ ਕਰਕੇ ਆ ਰਹੇ ਨੇ ਤੇ ਆਪਾਂ ਤਿਆਰੀ ਰੱਖੀਏ ਮੂਹਰੇ। ਤਾਂ ਪਾਤਸ਼ਾਹ ਨੇ ਪਹਿਲੀ ਰਾਤ ਉਸ ਕਾਠ ਦੇ ਬੰਗਲੇ ਵਿੱਚ ਗੁਜ਼ਾਰੀ। ਉਸ ਤੋਂ ਬਾਅਦ ਦੂਸਰੇ ਦਿਨ ਜਦੋਂ ਪਾਤਸ਼ਾਹ ਇੱਧਰ ਨੂੰ ਆਏ ਤਾਂ ਰਾਮ ਸਿੰਘ, ਫਤਿਹ ਸਿੰਘ ਹੋਰਾਂ ਦੇ ਘਰ ਸਾਰੀਆਂ ਤਿਆਰੀਆਂ ਹੋਣ ਲੱਗੀਆਂ। ਤਾਂ ਬੀਬੀ ਦੇਸਾਂ ਦੇ ਨਾਲ ਕੁਝ ਪਰਿਵਾਰਕ ਤੌਰ ਤੇ ਜਿਵੇਂ ਵਿਤਕਰੇ ਘਰਾਂ 'ਚ ਹੁੰਦੇ ਇਸ ਤਰ੍ਹਾਂ ਕੀਤਾ ਜਾਂਦਾ ਸੀ, ਇਹਨਾਂ ਨੂੰ ਬੁਲਾਇਆ ਨਹੀਂ ਸੀ ਜਾਂਦਾ, ਜਿਹਦਾ ਕਰਕੇ ਕਿ ਉਹਨਾਂ ਨੂੰ ਲੱਗਿਆ ਕਿ ਪਾਤਸ਼ਾਹ ਬਾਹਰ ਕੋਲ ਦੀ ਲੰਘਣਗੇ ਤਾਂ ਆਪਾਂ ਉਹਦੀ ਦਰਸ਼ਨ ਕਰ ਲਾਂਗੇ। ਤਾਂ ਮਾਤਾ ਨੇ ਜਿਹੜਾ ਖੇਸ ਬੁਣਿਆ ਸੀ ਆਪਣੀ ਬਾਂਹ 'ਤੇ ਰੱਖਿਆ, ਤੇ ਪਾਤਸ਼ਾਹ ਦਾ ਘੋੜੇ ਜਦੋਂ ਆਏ ਜਕਾਰੇ ਛੱਡਦੇ ਸਿੰਘ ਅੱਗੇ ਲੰਘੇ, ਤਾਂ ਪਾਤਸ਼ਾਹ ਨੇ ਬਿਲਕੁਲ ਮਾਤਾ ਦੇ ਗੇਟ ਤੇ ਆ ਕੇ ਬਾਹਰ 'ਚ ਆ ਕੇ ਘੋੜਾ ਰੋਕ ਲਿਆ। ਤਾਂ ਰਾਮ ਸਿੰਘ ਨੇ ਕਿਹਾ, ਪਾਤਸ਼ਾਹ ਸਾਡਾ ਘਰ ਅੱਗੇ ਅੱਗੇ ਆ ਜਾਓ। ਪਾਤਸ਼ਾਹ ਕਹਿੰਦੇ, ਰਾਮ ਸਿੰਘ ਤੇਰਾ ਅੱਗੇ ਹੋਣਾ ਭਾਈ, ਸਾਡਾ ਘਰ ਤਾਂ ਆ ਗਿਆ ਜਿੱਥੇ ਅਸੀਂ ਆਉਣਾ। ਇਹ ਕਹਿ ਕੇ ਘੋੜੇ ਤੋਂ ਉਤਰ ਕੇ ਘੋੜੇ ਤੋਂ ਮਾਤਾ ਦਾ ਬੂਹਾ ਖੋਲ੍ਹਿਆ। ਤਾਂ ਮਾਤਾ ਜੀ ਖੜੇ ਸੀ, ਮਾਤਾ ਦੇਸਾਂ ਬੀਬੀ ਅਤੀਸੋ। ਤਾਂ ਉਹਨਾਂ ਨੇ ਬੜੇ ਪਿਆਰ ਸਤਿਕਾਰ ਨਾਲ ਮੱਥਾ ਟੇਕਿਆ। ਤਾਂ ਸਤਿਗੁਰਾਂ ਨੇ ਸਿਰ 'ਤੇ ਹੱਥ ਰੱਖ ਕੇ ਕਿਹਾ ਕਿ ਮਾਂ ਦੇਸਾਂ, ਜੇ ਅੱਜ ਅਸੀਂ ਇੱਥੇ ਆਏ ਹਾਂ ਤੇਰੇ ਪਿਆਰ ਦਾ ਸਦਕਾ, ਤੇਰੀ ਭਗਤੀ ਸਦਕਾ ਆਏ ਹਾਂ, ਚਲੋ ਤੁਸੀਂ ਪ੍ਰਸ਼ਾਦਾ ਤਿਆਰ ਕਰੋ, ਅਸੀਂ ਪ੍ਰਸ਼ਾਦਾ ਛਕਾਂਗੇ। ਤੇ ਮਾਤਾ ਉਸੇ ਤਰ੍ਹਾਂ ਖੜੇ ਰਹੇ ਤੇ ਦੇਖਿਆ ਖੇਸ ਹੈ ਜਿਹੜਾ ਟੇਕਣੋਂ ਭੁੱਲ ਗਏ। ਤਾਂ ਪਾਤਸ਼ਾਹ ਨੇ ਹੱਸ ਕੇ ਕਿਹਾ, ਜਿਹੜਾ ਤੂੰ ਹੀ ਕਹਿੰਦੇ ਆ ਵਾਹਿਗੁਰੂ ਵਾਹਿਗੁਰੂ ਕਰਦੇ ਆ, ਤੁਸੀਂ ਸਾਡੇ ਲਈ ਨਿਸ਼ਾਨੀ ਤਿਆਰ ਕੀਤੀ ਹੈ, ਲਿਆਓ ਭੇਟਾ ਸਾਡੀ। ਤਾਂ ਫਿਰ ਮਾਤਾ ਨੇ ਉਹ ਖੇਸ ਭੇਟਾ ਕੀਤਾ। ਜੇਠ ਦਾ ਮਹੀਨਾ ਸੀ, ਇੰਨੀ ਗਰਮੀ ਦੇ ਬਾਵਜੂਦ ਵੀ ਪਾਤਸ਼ਾਹ ਨੇ ਉਹ ਪਿਆਰ ਨਿਸ਼ਾਨੀ ਨੂੰ ਆਪਣੇ ਮੋਢਿਆਂ 'ਤੇ ਲਿਆ ਤੇ ਅੱਗੋਂ ਫਿਰ ਰਾਮ ਸਿੰਘ ਦੇ ਘਰ ਜਾ ਕੇ ਬਰਾਜੇ। ਤਾਂ ਰਾਮ ਸਿੰਘ ਦਾ ਘਰ, ਫਤਿਹ ਸਿੰਘ ਦਾ ਘਰ ਇਕੱਠਾ ਸੀ, ਭਗਤ ਸਿੰਘ, ਤਖਤ ਸਿੰਘ ਦਾ ਮਾਤਾ ਦੇ ਖੱਬੇ ਪਾਸੇ ਘਰ ਸੀ। ਉੱਪਰ ਇਹਦੇ ਚੁਬਾਰਾ ਸੀ। ਇਹ ਬੁਰਜ ਸਾਹਿਬ ਦੇ ਜਿਹੜੇ ਆਪਾਂ ਦਰਸ਼ਨ ਕੀਤੇ ਆ, ਇਹ ਚੁਬਾਰਾ ਸਾਰੇ ਘਰ ਸਾਂਝਾ ਵਰਤਦੇ ਸੀ, ਜਿਵੇਂ ਪਰਿਵਾਰਾਂ 'ਚ ਅੱਗੇ ਵਰਤਿਆ ਜਾਂਦਾ। ਤਾਂ ਪਾਤਸ਼ਾਹ ਦਾ ਉਤਾਰਾ ਚੁਬਾਰੇ ਦੇ ਵਿੱਚ ਕੀਤਾ। ਤਾਂ ਪਾਤਸ਼ਾਹ ਨੇ ਚਾਰ ਚੁਫੇਰੇ ਦੇਖ ਕੇ ਦੂਜੇ ਪਾਸੇ ਆਏ, ਭਗਤ ਸਿੰਘ, ਤਖਤ ਸਿੰਘ ਦੇ ਘਰ ਗਏ। ਉੱਥੋਂ ਮਾਤਾ ਦੇਸਾਂ ਦੇ ਘਰ ਨੂੰ ਜਿਹੜਾ ਬੂਹਾ ਬੰਦ ਕੀਤਾ ਹੋਇਆ ਹੁੰਦਾ ਸੀ, ਉਹ ਇੱਟਾਂ ਦਾ ਬੂਹਾ ਸੀ। ਮਹਾਰਾਜ ਨੇ ਲੱਤ ਦੇ ਜੋਰ ਨਾਲ ਸਿੱਟ ਕੇ ਕਿਹਾ, ਉਹ ਤੁਹਾਡੇ 'ਚੋਂ ਨਫ਼ਰਤ ਦੀ ਦੀਵਾਰ ਸਿੱਟ ਗਏ। ਤਾਂ ਬੀਬੀ ਦੇਸਾਂ ਦੇ ਘਰ ਆ ਪਲੰਘ 'ਤੇ ਬਰਾਜੇ। ਇੱਥੇ ਆ ਕੇ ਪ੍ਰਸ਼ਾਦਾ ਖੁਦ ਛਕਿਆ, ਮਾਤਾ ਸਾਹਿਬ ਕੌਰ, ਸੁੰਦਰ ਕੌਰ ਨੇ ਛਕਿਆ। ਤੇ ਭਾਈ ਰਾਮ ਸਿੰਘ ਹੋਰਾਂ ਨੂੰ ਸਾਰਿਆਂ ਨੂੰ ਸੱਦ ਕੇ ਉਪਦੇਸ਼ ਦਿੱਤਾ ਕਿ ਤੁਸੀਂ ਅੰਮ੍ਰਿਤ ਛਕਿਆ, ਸਿੰਘ ਸਜੇ ਹੋ, ਤੇ ਤੁਹਾਨੂੰ ਈਰਖਾ ਸੋਭਾ ਨਹੀਂ ਦਿੰਦੀ। ਇਹ ਮਾਈ ਦੀ ਤਾਂ ਸਾਈਂ ਦਰ ਸਮਾਈ ਆ, ਇਹਨੇ ਕਦੇ ਤੁਹਾਡੇ ਵਿਰੁੱਧ ਕੋਈ ਫੁਰਨਾ ਵੀ ਨਹੀਂ ਬਣਾਇਆ। ਅੱਗੇ ਤੋਂ ਇਹ ਖਿਆਲ ਰੱਖੋ ਕਿ ਇਹੋ ਜਿਹੇ ਜਿਹੜੇ ਭਗਤ ਰੂਹਾਂ ਹੁੰਦੀਆਂ, ਨਾਮ ਜਪਣ ਵਾਲੇ ਹੁੰਦੇ ਆ, ਉਹਨਾਂ ਨਾਲ ਵੈਰ ਨਹੀਂ ਕਰੀਦਾ, ਆਪ ਦਾ ਹੀ ਨੁਕਸਾਨ ਹੁੰਦਾ ਉਹਨਾਂ ਨਾਲ ਵੈਰ ਕਰਨ ਨਾਲ। ਉੱਠੋ ਇਹ ਤੋਂ ਮਾफ़ੀ ਮੰਗੋ, ਚੱਲਣੀ ਲੱਗੋ ਅੱਗੇ ਤੋਂ ਸੇਵਾ ਕਰਨੀ। ਤਾਂ ਸਾਰਿਆਂ ਨੇ ਉੱਠ ਕੇ ਮਾफ़ੀ ਮੰਗੀ ਕਿ ਸਾਤੋਂ ਜੋ ਗਲਤੀਆਂ ਹੋਈਆਂ ਮਾਤਾ ਬਖਸ਼ ਦੇਈਂ ਤੇ ਅੱਗੇ ਤੋਂ ਸੇਵਾ ਕਰਾਂਗੇ। ਤਾਂ ਉਸ ਟਾਈਮ ਇੱਕ ਛੋਟਾ ਜਿਹਾ ਬੱਚਾ
ਫਤਿਹ ਸਿੰਘ ਦਾ ਬਾਬਾ ਸੰਗੂ ਸਿੰਘ ਜੋ ਮਹਾਰਾਜ ਦੀ ਬੁੱਕਲ 'ਚ ਆ ਕੇ ਬਹਿ ਗਿਆ ਤਾਂ ਰਾਮ ਸਿੰਘ ਨੇ ਕਿਹਾ, ਮੂਰਖਾ ਉੱਠ, ਕਿਉਂ ਕੱਪੜੇ ਖਰਾਬ ਕਰ ਦਿੰਦਾ? ਪਾਤਸ਼ਾਹ ਨੇ ਕਿਹਾ, ਰਾਮ ਸਿਆ ਬੱਚਿਆਂ ਨੂੰ ਝਿੜਕੀਦਾ ਨਹੀਂ, ਇਹ ਮੂਰਖ ਕਿੱਥੇ, ਇਹ ਤੇ ਬਹੁਤ ਵੱਡਾ ਮਹਾਂਪੁਰਖ ਹੈ, ਬ੍ਰਹਮ ਗਿਆਨੀ ਤੁਹਾਡੀ ਕੁਲ ਦੇ ਵਿੱਚ ਆਇਆ। ਮਾਤਾ ਦੇਸਾਂ ਵੱਲ ਤੱਕਿਆ ਤੇ ਕਿਹਾ, ਮਾਤਾ ਕਰ ਝੋਲੀ, ਇਹ ਬੱਚਾ ਤੇਰੀ ਸੇਵਾ ਕਰੂਗਾ। ਮਾਤਾ ਦੀ ਝੋਲੀ ਪਾ ਦਿੱਤਾ। ਉਦੋਂ ਤੋਂ ਲੈ ਕੇ ਬਾਬਾ ਸੰਗੂ ਸਿੰਘ ਨੇ ਸਾਰੀ ਜ਼ਿੰਦਗੀ ਸੇਵਾ ਸੰਭਾਲ ਕੀਤੀ, ਮਾਤਾ ਨੂੰ ਸਾਂਭਿਆ, ਇਸ ਸਥਾਨ ਨੂੰ ਸਾਂਭਿਆ। ਅੱਗੇ ਬਾਬਾ ਸੰਗੂ ਸਿੰਘ ਦੇ ਵੀ ਕੋਈ ਬੱਚਾ ਨਹੀਂ ਸੀ ਤਾਂ ਇਹਨਾਂ ਦੀ ਝੋਲੀ ਮਾਤਾ ਦੇਸਾਂ ਨੇ ਆਪਣਾ ਭਤੀਜਾ ਜੇਠੂ ਕੇ ਪਿੰਡ ਤੋਂ ਸੁੱਖਾ ਸਿੰਘ ਲਿਆ ਕੇ ਝੋਲੀ ਪਾਇਆ, ਜਿਹਦੀ ਅੰਸ ਵੰਸ ਅਸੀਂ ਪੀੜ੍ਹੀ ਦਰ ਪੀੜ੍ਹੀ ਸੇਵਾ ਕਰਦੇ ਹਾਂ। ਹੁਣ ਸਾਡੀ 10ਵੀਂ ਪੀੜ੍ਹੀ ਹੈ। ਦਾਸ ਜਸਵੀਰ ਸਿੰਘ ਇੱਥੋਂ ਦੀ ਸਾਰੀ ਸੇਵਾ ਸੰਭਾਲ ਕਰ ਹੁਣ ਰਿਹਾ। ਤੱਕ ਤੁਸੀਂ ਕਿੰਨੀਆਂ ਕੁ ਨਿਸ਼ਾਨੀਆਂ ਇਤਿਹਾਸ ਦੀਆਂ ਸਾਂਭੀ ਬੈਠੇ ਜੋ ਗੁਰੂ ਸਾਹਿਬ ਦੀਆਂ? ਜੋ ਗੁਰੂ ਸਾਹਿਬ ਨਾਲ ਸੰਬੰਧਿਤ ਨਿਸ਼ਾਨੀਆਂ ਨੇ ਇੱਥੇ ਜਾਣੀ 15 ਦੇ ਨਜ਼ਦੀਕ ਸਾਰੀਆਂ ਨਿਸ਼ਾਨੀਆਂ ਜਿਹੜੀਆਂ ਇੱਥੇ ਸੰਭਾਲੀਆਂ ਹੋਈਆਂ ਨੇ। ਤੇ ਜਿਵੇਂ ਤੁਹਾਡਾ ਬੁਰਜ ਹੈ ਤੇ ਇਹ ਉਹੀ ਕੱਚਾ ਹੀ ਸਾਂਭਿਆ ਪੈ ਗਿਆ ਜੇ ਹਜੇ ਕੁਛ ਇਹਨੂੰ ਚੇਂਜ ਕਰਤਾ ਜੀ? ਨਹੀਂ, ਇਹ ਉਸੇ ਤਰ੍ਹਾਂ ਹੀ ਸੰਭਾਲਿਆ ਹੋਇਆ। ਸਿਰਫ ਇਹਦੇ 'ਚ ਇਹ ਆ ਕਿ ਮੇਰੀ ਸੁਰਤ ਤੋਂ ਪਹਿਲਾਂ ਬਜ਼ੁਰਗ ਦੱਸਦੇ ਆ ਕਿ ਇਹਦੇ ਉੱਪਰ ਜਿਹੜਾ ਚਵਾਰਾ ਸੀਗਾ, ਇੱਕ ਵਾਰ ਕੋਈ ਬਹੁਤ ਜ਼ਿਆਦਾ 50-60 ਸਾਲ ਪਹਿਲਾਂ ਗੜੇ ਤੇ ਮੀਂਹ ਆਏ ਸੀ, ਜਿਹਦੇ ਬਹੁਤ ਜ਼ਿਆਦਾ ਗੜੇ ਉੱਤੇ ਪੈਣ ਨਾਲ ਤੇ ਉਹਦੀ ਛੱਤ ਡਿੱਗ ਪਈ ਸੀ ਤੇ ਉਹਦੀਆਂ ਕੰਧਾਂ ਹੁਣ ਵੀ ਕੁਛ ਨਾ ਕੁਛ ਸਾਂਭੀਆਂ ਹੋਈਆਂ ਰੱਖੀਆਂ ਹੋਈਆਂ। ਥੱਲੇ ਵਾਲਾ ਇਹ ਬੁਰਜ ਜਿਹੜਾ ਕਮਰਾ ਬਚ ਗਿਆ, ਇਹ ਉਸੇ ਤਰ੍ਹਾਂ ਹੀ ਸੰਭਾਲਿਆ ਹੋਇਆ। ਜਿਸ ਤਰ੍ਹਾਂ ਆਪਣੇ ਹੋਰ ਕਾਰਸੇ ਵਾਲੇ ਆ ਜਿਹੜੀਆਂ ਪੁਰਾਤਨ ਨਿਸ਼ਾਨੀਆਂ ਹੈ ਉਹਨਾਂ ਨੂੰ ਮੇਟ ਕੇ ਨਵੀਆਂ ਬਣਾ ਰਹੇ ਹੈਗੇ ਜੀ। ਹਾਂਜੀ, ਉਹ ਕੋਈ ਉਸ ਤਰ੍ਹਾਂ ਦਾ ਤੁਹਾਡੇ ਕੋਲੇ ਪਹੁੰਚਿਆ ਕੋਈ? ਇੱਕ ਵਾਰ ਹੋ ਗਿਆ ਸੀ ਇਸ ਤਰ੍ਹਾਂ ਕਿ ਸਾਡੇ ਇੱਥੇ ਮੱਥਾ ਟੇਕਣ ਆਏ ਸੀ ਬੀਬਾ ਸੁਰਿੰਦਰ ਕੌਰ ਬਾਦਲ ਜੋ ਇਸ ਪਿੰਡ ਦੇ ਹੀ ਨੇ, ਉਹਨਾਂ ਨਾਲ ਕਾਰਸੇ ਵਾਲੇ ਕੋਈ ਬਾਬੇ ਆਏ ਸੀ, ਗੋਬਿੰਦਵਾਲ ਸਾਹਿਬ ਵਾਲੇ ਬਾਬਾ ਸਵੇਗ ਸਿੰਘ। ਉਹ ਕਹਿੰਦੇ ਅਸੀਂ ਇੱਥੋਂ ਦੀ ਸੇਵਾ ਕਰਵਾ ਦਿਆਂਗੇ ਤੇ ਉਹਨਾਂ ਨੇ ਇੱਕ ਵਾਰ ਸੇਵਾ ਸਾਂਭ ਲਈ ਸੀ। ਸਾਡੀ ਉਹਦੇ 'ਚ ਕੋਈ ਸਹਿਮਤੀ ਵੀ ਨਹੀਂ ਸੀ ਕਿਉਂਕਿ ਸਾਨੂੰ ਪਹਿਲਾਂ ਤੋਂ ਇਹ ਡਰ ਸੀ ਕਿ ਜੋ ਇਹ ਕਾਰ ਸੇਵਾ ਦਾ ਕੋਈ ਕਾਰਨ ਹੈਗਾ ਕਿ ਪੁਰਾਤਨ ਦਰਖਤ ਹੋ ਗਏ, ਪੁਰਾਤਨ ਨਿਸ਼ਾਨੀਆਂ ਹੋ ਗਈਆਂ, ਇਹਨਾਂ ਨੂੰ ਸੰਭਾਲਿਆ ਨਹੀਂ ਜਾਂਦਾ। ਪਰ ਸ਼ੁਰੂ ਦੇ ਵਿੱਚ ਉਹਨਾਂ ਨੇ ਸਾਲ ਕੁ ਸਹੀ ਕੰਮ ਕੀਤਾ, ਦਰਬਾਰ ਸਾਹਿਬ ਦੀ ਇਮਾਰਤ ਬਣਾਉਣੀ ਸ਼ੁਰੂ ਕੀਤੀ। ਪਰ ਬਾਅਦ ਦੇ ਵਿੱਚ ਬੁਰਜ ਸਾਹਿਬ ਦੀ ਇਮਾਰਤ ਨੂੰ ਨੁਕਸਾਨ ਪਹੁੰਚਾਉਣ ਦੇ ਚੱਕਰ ਦੇ ਵਿੱਚ ਉਹਨਾਂ ਨੇ ਕੰਮ ਸ਼ੁਰੂ ਕਰਤਾ, ਇਹਦੀ ਛੱਤ ਦੇ ਉੱਪਰ ਪਾਣੀ ਛੱਡਤਾ। ਸਾਨੂੰ ਵਿੱਚੋਂ ਮਿਸਤਰੀਆਂ ਦੇ ਦੱਸਣ ਤੇ ਅਸੀਂ ਉਹਨਾਂ ਨੂੰ ਫਿਰ ਇਹ ਗੱਲ ਤੋਂ ਰੋਕ ਕੇ ਕਾਫੀ ਕਲੇਸ਼ ਵੀ ਹੋਏ ਉਦੋਂ, ਕਿਉਂਕਿ ਇਹੋ ਜਿਹੇ ਕੰਮਾਂ ਦੇ ਵਿੱਚ ਕੁਝ ਲੋਕ ਉਸ ਪਾਸੇ ਹੋ ਜਾਂਦੇ ਆ, ਕੁਝ ਉਸ ਪਾਸੇ। ਫਿਰ ਉਹਨਾਂ ਨੇ ਦੇਖਿਆ ਕਿ ਮੇਰੇ ਪ੍ਰਤੀ ਉਹਨਾਂ ਨੇ ਸੀਗਾ ਕਿ ਇਹ ਬੰਦੇ ਨੂੰ ਇੱਥੋਂ ਪਾਸੇ ਕਰ ਦਈਏ ਤਾਂ ਆਪਾਂ ਸਾਰਾ ਕੁਝ ਹੀ ਸਾਂਭ ਲਾਂਗੇ। ਫਿਰ ਉਹ ਜਿਹੜੀ ਮੈਨੂੰ ਚੁਕਾਉਣ ਬਾਰੇ ਉਹਨਾਂ ਨੇ 1-2 ਗੱਲਾਂ ਕਰ ਰਹੇ ਸੀ, ਉਹ ਸਾਰੀ ਮੈਂ ਰਿਕਾਰਡਿੰਗ ਕਰਾਈ। ਉਹ ਰਿਕਾਰਡਿੰਗ ਸਾਹਮਣੇ ਆਉਣ ਤੇ ਨਗਰ ਨੂੰ ਵੀ ਪਤਾ ਲੱਗ ਗਿਆ ਕਿ ਕਿਸ ਤਰ੍ਹਾਂ ਬਾਬਾ ਜੀ ਨੂੰ ਨੁਕਸਾਨ ਪਹੁੰਚਾਉਣਾ ਚਾਹੁੰਦੇ ਸੀ ਜਾਂ ਬੁਰਜ ਸਾਹਿਬ ਨੂੰ ਨੁਕਸਾਨ ਪਹੁੰਚਾਉਣਾ ਚਾਹੁੰਦੇ ਸੀ। ਤਾਂ ਉਹ ਮੈਂ ਸਪੀਕਰ 'ਚ ਹੀ ਲਾਤੀਆਂ ਰਿਕਾਰਡਿੰਗਾਂ। ਫਿਰ ਸਾਰੇ ਨਗਰ ਨੂੰ ਪਤਾ ਲੱਗਿਆ ਤਾਂ ਨਗਰ ਨੇ ਇਕੱਠੇ ਹੋ ਕੇ ਉਹਨਾਂ ਨੂੰ ਇੱਥੋਂ ਤੋਰਤਾ। ਉਸ ਤੋਂ ਬਾਅਦ ਇਹ ਆਪ ਨਗਰ ਸਹਿਯੋਗ ਕਰਦਾ ਸਾਰਾ। ਅਸੀਂ ਜਿੰਨਾ ਕੁ ਹੁੰਦਾ ਗਰਾਹੀਆਂ ਕੋਈ ਬਾਹਰੋਂ ਕਦੇ ਕਰੀਆਂ ਨਹੀਂ ਹੈ। ਜੋ ਸੰਗਤਾਂ ਬੁਲਾਉਂਦੀਆਂ ਦਰਸ਼ਨ ਕਰਨ ਲਈ ਨਿਸ਼ਾਨੀਆਂ ਦੇ, ਉਹ ਨਿਸ਼ਾਨੀਆਂ ਦੇ ਦਰਸ਼ਨ ਕਰਾਉਣ ਜਾਂਦੇ ਆ ਤਾਂ ਉੱਥੇ ਜੋ ਵੀ ਭੇਟਾ ਹੋ ਜਾਂਦੀ ਹੈ ਉਹਦੇ ਨਾਲ ਤੁਸੀਂ ਦੇਖ ਲਓ ਜਿੰਨੀ ਕੋਈ ਸੇਵਾ ਹੋ ਸਕਦੀ ਹੈ। ਸ਼੍ਰੋਮਣੀ ਕਮੇਟੀ ਵੱਲੋਂ ਵੀ ਕੋਈ ਕਦੇ ਮਦਦ ਕੀਤੀ ਗਈ ਹੈ? ਹਾਂਜੀ, ਜਦੋਂ ਗੁਰਪਾਲ ਸਿੰਘ ਬਡੂੰਗਰ ਸੀਗੇ ਪ੍ਰਧਾਨ ਬਣੇ ਹੋਏ ਸੀ, ਉਹ ਦਰਸ਼ਨ ਕਰਨ ਆਏ ਸੀ। ਉਹਨਾਂ ਨੇ ਉਦੋਂ ਦਰਬਾਰ ਸਾਹਿਬ ਦੀ ਛੱਤ ਪੈ ਰਹੀ ਸੀ, ਇਹਦੇ ਵਾਸਤੇ ਸਰੀਆ 2-2.5 ਲੱਖ ਰੁਪਏ ਦਾ ਭੇਜਿਆ ਸੀਗਾ, ਦਿੱਤਾ ਸੀਗਾ। ਤੇ ਹੁਣ ਇੱਥੇ ਲੰਗਰ ਉਸ ਤਰ੍ਹਾਂ ਹੀ ਚੱਲਦਾ ਜਿਵੇਂ ਗੁਰੂ ਗੋਬਿੰਦ ਸਿੰਘ ਨੂੰ ਸਿਖਾਇਆ ਸੀਗਾ ਜੀ? ਹਾਂਜੀ, ਇੱਥੇ ਉਸੇ ਤਰ੍ਹਾਂ ਹੀ ਲੰਗਰ ਦੋਨੋਂ ਟਾਈਮ ਬਣਦਾ ਹੈਗਾ। ਨਗਰ ਦੇ ਵਿੱਚੋਂ ਵੀ ਡਾਲੀ ਆਉਂਦੀ ਹੈ, ਜੋ ਵੀ ਸੰਗਤ ਆਉਂਦੀ ਉਹਦੇ ਲਈ ਚਾਹ ਪਾਣੀ ਦਾ ਲੰਗਰ ਨਗਰ ਦੇ ਸਹਿਯੋਗ ਨਾਲ ਹੀ ਚੱਲਦਾ। ਸਾਲ ਤੋਂ ਨਗਰ ਦੇ ਵਿੱਚੋਂ ਕਣਕ ਆ ਜਾਂਦੀ ਹੈ ਸਾਲ ਭਰ ਦੀ, ਤੇ ਉਹਦੇ ਨਾਲ ਸਹਿਯੋਗ ਨਾਲ ਇੱਥੇ ਸਾਰਾ ਜੋ ਸੇਵਾ ਸੰਭਾਲ ਹੁੰਦੀ ਹੈ। ਵੈਸੇ ਸ਼੍ਰੋਮਣੀ ਕਮੇਟੀ ਵੱਲੋਂ ਸਾਨੂੰ 2010 ਦੇ ਵਿੱਚ ਚੱਪੜਚਿੜੀ ਦੇ ਮੈਦਾਨ 'ਚ ਜੋ ਸਾਡੇ ਬਜ਼ੁਰਗਾਂ ਵੱਲੋਂ ਕੁਰਬਾਨੀ ਕੀਤੀ ਗਈ ਸੀ, ਸਰਹੰਦ ਫਤਿਹ ਕੀਤੀ ਸੀ ਬਾਬਾ ਫਤਿਹ ਸਿੰਘ ਹੋਰਾਂ ਨੇ, ਤੇ ਨਿਸ਼ਾਨੀਆਂ ਸਾਂਭਣ ਦੇ ਕਹਿ ਲਓ ਵੀ ਖੁਸ਼ੀ ਦੇ ਵਿੱਚ 51,000 ਰੁਪਇਆ ਤੇ ਸਾਲ ਭੇਟ ਕੀਤਾ ਸੀ। ਉਸ ਟਾਈਮ ਅਵਤਾਰ ਸਿੰਘ ਮੱਕੜ ਪ੍ਰਧਾਨ ਸਨ। ਤੇ ਹੋਰ ਵੀ ਪੰਥ ਦੀਆਂ ਜਿੰਨੀਆਂ ਵੀ ਸੰਸਥਾਵਾਂ, ਜਿਵੇਂ ਹਜੂਰ ਸਾਹਿਬ ਵੱਲੋਂ 2008 ਦੇ ਵਿੱਚ ਸੱਦ ਕੇ ਸਨਮਾਨਿਤ ਕੀਤਾ ਗਿਆ। ਕੈਪਟਨ ਅਮਰਿੰਦਰ ਸਿੰਘ ਵੱਲੋਂ ਦਮਦਮਾ ਸਾਹਿਬ ਮਨਾਇਆ ਗਿਆ ਸੀ ਤਿਉਹਾਰ, ਉੱਥੇ ਸਨਮਾਨਿਤ ਕੀਤਾ। ਬਠਿੰਡੇ ਕਿਲ੍ਹੇ ਦੀ ਜਦੋਂ ਸਾਲਾਨਾ ਮਨਾਇਆ 300 ਸਾਲਾ, ਉਦੋਂ ਵੀ ਕੀਤਾ। ਕਾਫੀ ਸੰਗਤਾਂ ਨੇ ਮਾਣ ਸਨਮਾਨ ਬਖਸ਼ਿਆ, ਸਹਿਯੋਗ ਦਿੱਤਾ ਹੈ। ਜਿਵੇਂ ਤੁਹਾਡੇ ਕੋਲ ਪੁਰਾਤਨ ਨਿਸ਼ਾਨੀਆਂ ਪਈਆਂ ਜੀ, ਕੱਪੜੇ ਦੇ ਹੈਗੇ, ਲੋਹਾ ਹੈਗਾ, ਵੀ ਖਰਾਬ ਹੀ ਹੋ ਜਾਂਦੀਆਂ, ਇਹਨਾਂ ਨੂੰ ਸਾਂਭਣ ਵਾਸਤੇ ਕੀ ਕੁਛ ਕੀਤਾ ਗਿਆ? ਇਹਦੇ 'ਚ ਮੈਂ ਤੁਹਾਨੂੰ ਦੱਸ ਦਿਆਂ ਕਿ ਆਪਣੇ ਦੇਸ਼ ਦੇ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ, ਜੋ ਕਿ ਭਾਈ ਵੀਰ ਸਿੰਘ ਸਾਹਿਬ ਸਦਨ ਦੇ ਚੇਅਰਮੈਨ ਵੀ ਹੈ, ਉਹਨਾਂ ਵੱਲੋਂ ਇੱਕ ਸੰਸਥਾ ਤਿਆਰ ਕੀਤੀ ਗਈ ਸੀ, ਪੰਜਾਬ ਨੈਸ਼ਨਲ ਸਟੱਡੀ, ਜੇ ਸ਼ਾਇਦ ਉਹਦਾ ਨਾਂ ਇਸ ਤਰ੍ਹਾਂ। ਤੇ ਕਿ ਤੁਸੀਂ ਦੇਖੋ ਕਿੱਥੇ ਕਿੱਥੇ ਆਪਣੀਆਂ ਸਿੱਖ ਕੌਮ ਦੀਆਂ ਨਿਸ਼ਾਨੀਆਂ ਪਈਆਂ, ਤਾਂ ਉਹਨਾਂ ਨੇ ਪੂਰੇ ਭਾਰਤ ਦਾ, ਪਾਕਿਸਤਾਨ ਦਾ, ਇੰਗਲੈਂਡ ਦੇ ਅਜਾਇਬ ਘਰਾਂ ਦਾ, ਜਿੱਥੇ ਜਿੱਥੇ ਪਤਾ ਗਿਆ ਨਿਸ਼ਾਨੀਆਂ, ਉਹ ਸਾਰਾ ਦੌਰਾ ਕਰਨ ਕੀਤਾ ਕਿ ਉਹਨਾਂ ਨੇ ਇੱਕ ਲਿਸਟ ਤਿਆਰ ਕੀਤੀ ਹੈ। 4 ਸਚਿੱਤਰ ਪੁਸਤਕਾਂ ਛਾਪੀਆਂ, ਹੇਮਕੁੰਟ ਸਾਹਿਬ, ਮਹਾਰਾਜਾ ਰਣਜੀਤ ਸਿੰਘ, ਦਰਬਾਰ ਸਾਹਿਬ, ਗੋਲਡਨ ਟੈਂਪਲ, ਬੰਦਾ ਸਿੰਘ ਬਹਾਦਰ, ਇਸ ਤਰ੍ਹਾਂ ਉਹਦੇ ਵਿੱਚ ਉਹ ਸਾਰਾ ਜ਼ਿਕਰ ਕੀਤਾ ਹੋਇਆ। ਉਹਦੇ 'ਚ ਆਪਣਾ ਲਿਸਟ 'ਚ ਨਾਂ ਆਉਂਦਾ ਇੱਥੋਂ ਦਾ।
ਇੱਥੇ ਜਦੋਂ ਟੀਮ ਆਈ ਤਾਂ ਉਹਨਾਂ ਨੇ ਮਹਿਸੂਸ ਕੀਤਾ ਕਿ ਇੱਥੇ ਜੋ ਵੀ ਸਾਂਭਿਆ ਗਿਆ, ਮਿੱਟੀ ਦਾ ਮਕਾਨ ਹੈ, ਇਹ ਲੱਕੜ ਇਹਦੇ 'ਚ ਵਰਤੀ ਹੋਈ ਜਾਂ ਕੱਪੜੇ ਨੇ ਉਸ ਟਾਈਮ ਦੇ ਪਾਤਸ਼ਾਹ ਦੇ ਨਿਸ਼ਾਨੀਆਂ, ਇਹਨਾਂ ਨੂੰ ਜ਼ਰੂਰਤ ਆ ਛੇਤੀ ਠੀਕ ਕਰਵਾਉਣ ਦੀ। ਤਾਂ ਉਹਨਾਂ ਨੇ ਸਾਨੂੰ ਕਿਹਾ ਕਿ ਤੁਸੀਂ ਸਹਿਯੋਗ ਦਿਓ ਤਾਂ ਅਸੀਂ ਇਹ ਸਾਰਾ ਠੀਕ ਕਰਵਾ ਸਕਦੇ ਹਾਂ। ਤਾਂ ਫਿਰ ਇਹ ਸਾਰਾ ਜੋ ਨਿਸ਼ਾਨੀਆਂ ਆਪਾਂ ਦਰਸ਼ਨ ਕੀਤੇ ਆ, ਜਿਵੇਂ ਦਸਤਾਰ ਹੈ, ਹੋਰ ਸਾਰਾ ਕੱਪੜੇ ਦਾ ਸਮਾਨ ਹੈ, ਇਹ ਸਾਰਾ ਐਂਟਿਕ ਲੈਬ ਲਖਨਊ ਕੋਲ ਭੇਜਿਆ ਗਿਆ। ਤਾਂ ਤਕਰੀਬਨ 6 ਮਹੀਨੇ ਦਾ ਸਮਾਂ ਲੱਗਿਆ ਇਹਨੂੰ ਕੈਮੀਕਲ ਲਾ ਕੇ ਠੀਕ ਕਰਨ 'ਤੇ। ਦਸਤਾਰ ਪਹਿਲਾਂ ਇੱਥੇ ਵੈਸੀ ਹੁੰਦੀ ਸੀ, ਤਹਿ ਲੱਗੀ ਵੀ, ਫਿਰ ਇਹਨੂੰ ਉਸ ਤਰ੍ਹਾਂ ਬੰਨ੍ਹਿਆ ਕਿ ਪਤਾ ਚੱਲੇ ਦਸਤਾਰ ਹੈ, ਕਿਉਂਕਿ ਕੱਪੜਾ ਟਸਰ ਦਾ ਬਹੁਤ ਥੋੜ੍ਹਾ, ਜਿਵੇਂ ਬਜ਼ੁਰਗ ਕਹਿੰਦੇ ਆ ਕਿ ਇੱਕ ਛੱਲੇ ਦੇ ਵਿੱਚ ਦੀ ਇਹ ਲੰਘ ਜਾਂਦਾ ਕੱਪੜਾ, ਇਸੇ ਤਰ੍ਹਾਂ ਹੀ ਹੈ। ਜੇ ਮੁੱਠੀ 'ਚ ਲੈ ਲਈਏ ਥੋੜ੍ਹਾ ਜਿਹਾ ਬਣ ਜਾਂਦਾ ਸੀ, ਉਹ ਫਿਰ ਦੇਖਣ 'ਚ ਕਿ ਦਿੱਖ ਪਤਾ ਲੱਗੇ ਦਸਤਾਰ ਆ, ਤੋਂ ਲੈਬ ਵੱਲੋਂ ਇਹਨੂੰ ਬੰਨ੍ਹਿਆ ਗਿਆ। ਉਦੋਂ ਤੋਂ ਲੈ ਕੇ ਇਹਦੇ ਦਰਸ਼ਨ ਦਿਦਾਰੇ ਸੰਗਤਾਂ ਕਰਦੀਆਂ, ਇੱਥੇ ਵੀ ਆਉਂਦੀਆਂ, ਜਦੋਂ ਕਿਤੇ ਬਾਹਰ ਕੋਈ ਬੁਲਾਉਂਦਾ ਉੱਥੇ ਵੀ ਜਾ ਕੇ ਦਰਸ਼ਨ ਦਿਦਾਰੇ ਕਰਾਈ ਦੇ। ਜਿਵੇਂ ਕੋਈ ਵੀ ਜਗ੍ਹਾ ਇਤਿਹਾਸਕ ਜਗ੍ਹਾ ਸੀਗੀਆਂ ਜੀ, ਉਹਨਾਂ ਨੂੰ ਸਾਰਿਆਂ ਨੂੰ ਸ਼੍ਰੋਮਣੀ ਕਮੇਟੀ ਆਪਣੇ ਅੰਡਰ ਲੈ ਰਹੀ ਹੈ ਕਿ ਇਸ ਤੇ ਵੀ ਕਿਤੇ ਇਸ ਗੱਲ ਤੇ ਆਈ ਹੈ ਗੱਲ? ਨਹੀਂ, ਸਾਨੂੰ ਕਦੇ ਵੀ ਕਿਸੇ ਤਰ੍ਹਾਂ ਦਾ ਇਸ ਤਰ੍ਹਾਂ ਦਾ ਨਾ ਹੀ ਕੋਈ ਆ ਕੇ ਮਿਲਿਆ, ਨਾ ਕਦੇ ਕਿਸੇ ਨੇ ਕੋਈ ਸੱਦਾ ਦਿੱਤਾ ਇਸ ਤਰ੍ਹਾਂ ਦਾ। ਹਾਂ, ਸਹਿਯੋਗ ਬਾਰੇ ਜ਼ਰੂਰ ਉਹਨੇ ਕਿਹਾ ਕਿ ਜਦੋਂ ਤੁਹਾਨੂੰ ਲੋੜ ਹੈ ਕਿਸੇ ਦੀ ਤਾਂ ਸਾਨੂੰ ਲਿਖ ਕੇ ਦਿਓ ਤਾਂ ਅਸੀਂ ਸਹਿਯੋਗ ਕਰ ਸਕਦੇ ਹਾਂ। ਅਤੇ ਉਹ ਤਕਰੀਬਨ ਅਸੀਂ ਕਿਤੇ ਬਹੁਤਾ ਇਸ ਤਰ੍ਹਾਂ ਮੰਗਿਆ ਨਹੀਂ ਹੈ ਕਿਸੇ ਤੋਂ, ਨਾ ਹੀ ਸੰਗਤ ਨੂੰ ਸਿੱਧੀ ਬੇਨਤੀ ਕਰ ਦਈਦੀ ਹੈ, ਜੇ ਕੋਈ ਸੇਵਾ ਕਰਵਾਉਂਦਾ ਠੀਕ ਹੈ, ਤੇ ਨਹੀਂ ਅੱਗੇ ਵੀ ਸੰਗਤ ਦੀ ਮਰਜ਼ੀ ਹੈ। ਹਾਂਜੀ। ਅਜੀਤ ਦੇ ਲਈ ਬਠਿੰਡਾ ਤੋਂ ਨਾਇਬ ਸਿੱਧੂ ਦੀ ਰਿਪੋਰਟ। ਵਧੇਰੇ ਖਬਰਾਂ ਦੇ ਲਈ ਤੁਸੀਂ ਬਣੇ ਰਹੋ ਅਜੀਤ ਵੈਬ ਟੀਵੀ ਦੇ ਨਾਲ।